ਅੱਜ ਆਓ ਅਸੀਂ ਪਰਮੇਸ਼ਵਰ ਜੋ ਸਾਨੂੰ ਆਸ਼ੀਸ਼ਾਂ ਦਿੰਦੇ ਹਨ, ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਆਗਿਆਕਾਰੀਤਾ ਦੇ ਹਰ ਕੰਮ ਵਿੱਚ ਦੋ ਤਰ੍ਹਾਂ ਦੇ ਹੁਕਮ ਹੁੰਦੇ ਹਨ, ਇਹ ਕਰੋ ਅਤੇ ਇਹ ਨਾ ਕਰੋ। ਇਸ ਹੁਕਮ ਬਾਰੇ ਸੋਚੋ, ਭਲੇ ਅਤੇ ਬੁਰੇ ਦੇ ਸਿਆਣ ਦਾ ਜੋ ਰੁੱਖ ਹੈ, ਇਸ ਦਾ ਫਲ ਤੂੰ ਕਦੇ ਨਾ ਖਾਣਾ। ਇਹ ਆਦਮ ਅਤੇ ਹੱਵਾ ਦੀਆਂ ਭਵਿੱਖ ਦੀਆਂ ਆਸ਼ੀਸ਼ਾਂ ਲਈ ਸੀ, ਹੈ ਨਾ? ਇਸ ਤਰ੍ਹਾਂ ਜਦੋਂ ਪਰਮੇਸ਼ਵਰ ਸਾਨੂੰ ਕੁਝ ਕਰਨ ਜਾਂ ਨਾ ਕਰਨ ਦਾ ਹੁਕਮ ਦਿੰਦੇ ਹਨ, ਤਾਂ ਇਹ ਸਾਨੂੰ ਆਸ਼ੀਸ਼ਾਂ ਦੇਣ ਲਈ ਹੁੰਦਾ ਹੈ। ਸਾਨੂੰ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਹਰ ਚੀਜ਼ ਦੇ ਪਿੱਛੇ ਹਮੇਸ਼ਾ ਪਰਮੇਸ਼ਵਰ ਦੀ ਇੱਛਾ ਹੁੰਦੀ ਹੈ। ਜੇ ਅਸੀਂ ਇਹ ਸੋਚ ਕੇ ਕਿ ਸਾਡੇ ਕੋਲ ਸੰਸਾਰ ਵਿੱਚ ਬਹੁਤ ਮਾਤਰਾ ਵਿੱਚ ਤਜਰਬਾ ਹੈ, ਆਪਣੇ ਵਿਚਾਰਾਂ ਅਤੇ ਸੰਸਾਰਿਕ ਗਿਆਨ ਨੂੰ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਉੱਪਰ ਰੱਖੀਏ, ਤਾਂ ਅਸੀਂ ਵੱਡੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਾਂਗੇ। ਦੂਜੇ ਸ਼ਬਦਾਂ ਵਿੱਚ, ਬਦਕਿਸਮਤੀ ਸਾਡਾ ਪਿੱਛਾ ਕਰੇਗੀ। ਨਾ ਕੇਵਲ ਸਰੀਰਕ ਬਦਕਿਸਮਤੀ, ਸਗੋਂ ਆਤਮਿਕ ਬਦਕਿਸਮਤੀ ਵੀ ਸਾਡਾ ਪਿੱਛਾ ਕਰੇਗੀ। ਇਸ ਕਰਕੇ ਸਾਨੂੰ ਦਾਊਦ ਵਾਂਗ ਪਰਮੇਸ਼ਵਰ ਦੇ ਵਚਨਾਂ ਨੂੰ ਸ਼ੁੱਧ ਸੋਨੇ ਨਾਲੋਂ ਜ਼ਿਆਦਾ ਕੀਮਤੀ ਸਮਝਣਾ ਚਾਹੀਦਾ ਹੈ। ਆਓ ਅਸੀਂ ਬਿਵਸਥਾ ਸਾਰ 8 ਤੇ ਇੱਕ ਨਜ਼ਰ ਪਾਈਏ ਜੋ ਸਾਨੂੰ ਸਿਖਾਉਂਦਾ ਹੈ ਕਿ ਪਰਮੇਸ਼ਵਰ ਦਾ ਵਚਨ ਸਾਡੇ ਲਈ ਆਸ਼ੀਸ਼ਾਂ ਲਿਆਏਗਾ। ਆਓ ਅਸੀਂ ਬਿਵਸਥਾ ਸਾਰ ਅਧਿਆਇ 8 ਵਚਨ 1 ਤੇ 1 ਨਜ਼ਰ ਪਾਈਏ। ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਉਸ ਨੂੰ ਪੂਰਾ ਕਰਨ ਦੀ ਪਾਲਣਾ ਕਰੋ ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹਦੀ ਸਹੁੰ ਯਹੋਵਾਹ ਨੇ ਤੁਹਾਡੇ ਪਿਓ-ਦਾਦਿਆਂ ਨਾਲ ਖਾਧੀ ਸੀ। ਆਓ ਅਸੀਂ ਵਚਨ 16 ਉੱਤੇ ਜਾਈਏ। ਆਓ ਅਸੀਂ ਵਚਨ 16 ਵੇਖੀਏ। ਜਿਹਨੇ ਤੁਹਾਨੂੰ ਉਜਾੜ ਵਿੱਚ ਮੰਨ ਖਿਲਾਇਆ, ਜਿਹਨੂੰ ਤੁਹਾਡੇ ਪਿਓ-ਦਾਦਿਆਂ ਨੇ ਨਾ ਜਾਤਾ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਅੰਤ ਵਿੱਚ ਤੁਹਾਡਾ ਭਲਾ ਕਰੇ। ਪਰਮੇਸ਼ਵਰ ਸਾਡੇ ਲਈ ਜੋ ਵੀ ਕਰਦੇ ਹਨ, ਉਸ ਦੇ ਪਿੱਛੇ ਸਾਨੂੰ ਆਸ਼ੀਸ਼ਾਂ ਦੇਣ ਦੀ ਉਹਨਾਂ ਦੀ ਇੱਛਾ ਹੈ। ਹਾਲਾਂਕਿ ਜੇਕਰ ਅਸੀਂ ਇਹਨਾਂ ਆਸ਼ੀਸ਼ਾਂ ਨੂੰ ਪਹਿਚਾਨਣ ਵਿੱਚ ਅਸਫਲ ਰਹਿੰਦੇ ਹਾਂ ਅਤੇ ਪਰਮੇਸ਼ਵਰ ਦੇ ਵਚਨ ਦੀ ਪਾਲਣਾ ਨਹੀਂ ਕਰਦੇ, ਤਾਂ ਅਸੀਂ ਉਹਨਾਂ ਆਸ਼ੀਸ਼ਾਂ ਨੂੰ ਗੁਆ ਦੇਵਾਂਗੇ। ਕੀ ਸਾਨੂੰ ਇਸ ਬਾਰੇ ਸੁਚੇਤ ਨਹੀਂ ਹੋਣਾ ਚਾਹੀਦਾ? ਸਾਨੂੰ ਹਮੇਸ਼ਾ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਹਰ ਸ਼ਬਦ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਇਹ ਇੱਕ ਥਸਲੋਨੀਕੀਆਂ ਅਧਿਆਇ 5 ਵਿੱਚ ਲਿਖਿਆ ਗਿਆ ਹੈ, ਸਦਾ ਆਨੰਦ ਰਹੋ, ਨਿਤ ਪ੍ਰਾਰਥਨਾ ਕਰੋ, ਹਰ ਹਾਲ ਵਿੱਚ ਧੰਨਵਾਦ ਕਰੋ। ਇਹ ਕਿਸ ਦੀ ਮਰਜ਼ੀ ਹੈ? ਇਹ ਲਿਖਿਆ ਹੋਇਆ ਹੈ, ਇਹ ਤੁਹਾਡੇ ਲਈ ਪਰਮੇਸ਼ਵਰ ਦੀ ਇੱਛਾ ਹੈ। ਕੁਝ ਲੋਕ ਕਹਿ ਸਕਦੇ ਹਨ, ਮੈਂ ਹੁਣ ਦੁਖੀ ਮਹਿਸੂਸ ਕਰ ਰਿਹਾ ਹਾਂ, ਮੈਨੂੰ ਲੱਗਦਾ ਹੈ ਕਿ ਮੈਂ ਕੁਝ ਗੁਆ ਦਿੱਤਾ ਹੈ, ਮੈਂ ਕਿਵੇਂ ਆਨੰਦ ਕਰ ਸਕਦਾ ਹਾਂ, ਮੈਂ ਕਿਵੇਂ ਧੰਨਵਾਦ ਦੇ ਸਕਦਾ ਹਾਂ? ਸਾਨੂੰ ਆਸ਼ੀਸ਼ਾਂ ਦੇਣ ਦੀ ਪਰਮੇਸ਼ਵਰ ਦੀ ਮਹਾਨ ਇੱਛਾ ਉਹਨਾਂ ਸਾਰਿਆਂ ਵਾਤਾਵਰਣਾਂ ਵਿੱਚ ਸ਼ਾਮਲ ਹੈ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੇ। ਸੰਸਾਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਪਰ ਜਦੋਂ ਅਸੀਂ ਨਤੀਜਾ ਦੇਖਦੇ ਹਾਂ ਤਾਂ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਪਰਮੇਸ਼ਵਰ ਆਸ਼ੀਸ਼ਾਂ ਦੇ ਮਾਰਗ ਵੱਲ ਸਾਡੀ ਅਗਵਾਈ ਕਰਦੇ ਹਨ। ਜੇਕਰ ਅਜਿਹੀਆਂ ਕੋਈ ਮੁਸ਼ਕਿਲਾਂ ਨਾ ਹੁੰਦੀਆਂ ਤਾਂ ਅਸੀਂ ਵਾਅਦਾ ਕੀਤੀਆਂ ਗਈਆਂ ਆਸ਼ੀਸ਼ਾਂ ਪ੍ਰਾਪਤ ਨਹੀਂ ਕਰਦੇ। ਹੁਣ ਤੱਕ ਸੀਯੋਨ ਕਈ ਦੇਸ਼ਾਂ ਵਿੱਚ ਸਥਾਪਿਤ ਹੋ ਚੁੱਕਾ ਹੈ ਅਤੇ ਅਣਗਿਣਤ ਸੀਯੋਨ ਪਰਿਵਾਰ ਦੇ ਮੈਂਬਰਾਂ ਨੇ ਸੱਚਾਈ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਸਫ਼ਰ ਦੌਰਾਨ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਕਈ ਵਾਰ ਸਾਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਸਾਡਾ ਵਿਸ਼ਵਾਸ ਦੂਜੇ ਧਰਮਾਂ ਨਾਲੋਂ ਵੱਖਰਾ ਹੈ। ਇਸ ਦੇ ਬਾਵਜੂਦ ਕਿ ਪਿਤਾ ਅਤੇ ਮਾਤਾ ਨੇ ਪੂਰੀ ਦੁਨੀਆ ਵਿੱਚ ਚਰਚ ਆਫ ਗॉड ਦੀ ਸਥਾਪਨਾ ਦੀ ਇਜਾਜ਼ਤ ਦਿੰਦੇ ਹੋਏ ਸਾਡਾ ਸਮਰਥਨ ਨਹੀਂ ਕੀਤਾ ਹੈ। ਭਾਵੇਂ ਅਸੀਂ ਕਦੇ ਸੰਘਰਸ਼ ਕਰਦੇ ਹਾਂ, ਪਰ ਜਦੋਂ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਅਮਲ ਵਿੱਚ ਲਿਆਉਂਦੇ ਹਾਂ ਤਾਂ ਸਾਨੂੰ ਆਸ਼ੀਸ਼ਾਂ ਮਿਲਦੀਆਂ ਹਨ। ਕੀ ਇਸ ਲਈ ਸਾਨੂੰ ਪਰਮੇਸ਼ਵਰ ਦੇ ਵਚਨ ਅਨੁਸਾਰ ਨਹੀਂ ਜਿਉਣਾ ਚਾਹੀਦਾ ਹੈ? ਆਓ ਅਸੀਂ ਬਿਵਸਥਾ ਸਾਰ ਅਧਿਆਇ 28 ਉੱਤੇ ਇੱਕ ਨਜ਼ਰ ਪਾਈਏ। ਬਿਵਸਥਾ ਸਾਰ ਅਧਿਆਇ 28 ਵਚਨ 1 ਵਿੱਚ ਲਿਖਿਆ ਹੈ,
ਤਾਂ ਇਉਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਪਰਮੇਸ਼ਵਰ ਕੀ ਕਰਨਗੇ? ਉਹ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਸਾਰੇ ਲੋਕੋ, ਕੀ ਤੁਸੀਂ ਇਹਨਾਂ ਵਚਨਾਂ ਤੇ ਵਿਸ਼ਵਾਸ ਕਰਦੇ ਹੋ? ਤੁਸੀਂ ਦੁਨੀਆ ਦੇ ਸਭ ਤੋਂ ਵਧੀਆ ਚਰਚ ਵਿੱਚ ਹਾਜ਼ਰ ਹੁੰਦੇ ਹੋ। ਇਸ ਉੱਤੇ ਤੁਸੀਂ ਬਹੁਤ ਮਾਣ ਕਰ ਸਕਦੇ ਹੋ। ਅਜਿਹਾ ਕਿਉਂ ਹੈ? ਇਹ ਵਾਅਦਾ ਕਿਸਨੇ ਕੀਤਾ? ਸਾਡੇ ਪਰਮੇਸ਼ਵਰ ਨੇ ਇਹ ਵਾਅਦਾ ਕੀਤਾ। ਮਨੁੱਖਾਂ ਦੇ ਵਚਨ ਹਮੇਸ਼ਾ ਪੂਰੇ ਨਹੀਂ ਹੋ ਸਕਦੇ, ਪਰ ਪਰਮੇਸ਼ਵਰ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਕਦੇ ਅਸਫਲ ਨਹੀਂ ਹੁੰਦੇ। ਇਹ ਲਿਖਿਆ ਹੈ, ਪਰਮੇਸ਼ਵਰ ਤੁਹਾਨੂੰ ਸਾਰੀਆਂ ਕੌਮਾਂ ਤੋਂ ਉੱਚਾ ਕਰੇਗਾ, ਪਰ ਇੱਕ ਸ਼ਰਤ ਹੈ। ਜੇ ਤੁਸੀਂ ਆਪਣੇ ਪਰਮੇਸ਼ਵਰ ਦੇ ਸਾਰੇ ਹੁਕਮ ਮੰਨੋ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਦੇ ਹਾਂ, ਤਾਂ ਸਾਨੂੰ ਇਹ ਨਤੀਜਾ ਮਿਲੇਗਾ। ਵਚਨ 2। ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ। ਆਸ਼ੀਸ਼ਾਂ ਸਾਡੇ ਨਾਲ ਉਸ ਘੜੀ ਤੱਕ ਜਾਣਗੀਆਂ ਜਿੱਥੇ ਅਸੀਂ ਆਸ਼ੀਸ਼ਾਂ ਨਾਲ ਹਾਵੀ ਹੋਵਾਂਗੇ। ਸਾਰੇ ਲੋਕੋ, ਸਾਡੇ ਚਰਚ ਨੂੰ ਪਰਮੇਸ਼ਵਰ ਦੁਆਰਾ ਯੋਗ ਠਹਿਰਾਇਆ ਗਿਆ ਹੈ। ਕਈ ਮੁਲਾਂਕਣ ਸੰਸਥਾਵਾਂ ਹਨ, ਪਰ ਸਭ ਤੋਂ ਭਰੋਸੇਮੰਦ ਮੁਲਾਂਕਣ ਕੌਣ ਕਰਦਾ ਹੈ? ਉਹ ਪਰਮੇਸ਼ਵਰ ਹਨ। ਪਰਮੇਸ਼ਵਰ ਆਖਦੇ ਹਨ, ਤੁਸੀਂ ਸਾਰੀਆਂ ਕੌਮਾਂ ਨਾਲੋਂ ਉੱਤਮ ਹੋ। ਮੈਂ ਤੁਹਾਨੂੰ ਇਸ ਨੂੰ ਸਵੀਕਾਰ ਕਰਨ ਅਤੇ ਇਸ ਵਿੱਚ ਜ਼ਿਆਦਾ ਮਾਣ ਕਰਨ ਲਈ ਉਤਸ਼ਾਹਿਤ ਕਰਦਾ ਹਾਂ। ਆਓ ਅਸੀਂ ਜਾਰੀ ਰੱਖੀਏ। ਵਚਨ 3। ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ। ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੋਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ। ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤਰਾ। ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਵਿੱਚ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ। ਇਹ ਲਿਖਿਆ ਹੈ, ਜਦੋਂ ਤੁਸੀਂ ਘਰ ਰਹੋਗੇ ਅਤੇ ਜਦੋਂ ਤੁਸੀਂ ਬਾਹਰ ਜਾਓਗੇ ਤਦ ਵੀ ਤੁਸੀਂ ਮੁਬਾਰਕ ਹੋਵੋਗੇ। ਆਸ਼ੀਸ਼ਾਂ ਹਮੇਸ਼ਾ ਮਿਲਦੀਆਂ ਰਹਿਣਗੀਆਂ। ਜੇ ਕੋਈ ਚਰਚ ਹੈ ਜੋ ਪੁੱਛਦਾ ਹੈ, ਸਾਡੇ ਚਰਚ ਦੇ ਚੰਗੇ ਨਤੀਜੇ ਕਿਉਂ ਨਹੀਂ ਆਉਂਦੇ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਮਾਮਲੇ ਤੇ ਵਿਚਾਰ ਕਰੋ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਪੂਰਾ ਕਰਦੇ ਹਾਂ, ਤਾਂ ਕੀ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਹੁੰਦੀ ਹੈ? ਜੇ ਤੁਸੀਂ ਇਸ ਮੁੱਦੇ ਨੂੰ ਹੱਲ ਕਰਦੇ ਹੋ, ਤਾਂ ਤੁਸੀਂ ਤੁਰੰਤ ਆਸ਼ੀਸ਼ਿਤ ਹੋਵੋਗੇ। ਇਹ ਪਰਮੇਸ਼ਵਰ ਦਾ ਵਾਅਦਾ ਹੈ। ਇਹ ਮਨੁੱਖਾਂ ਦੇ ਵਾਅਦਿਆਂ ਨਾਲੋਂ ਵੱਖਰਾ ਹੈ। ਆਓ ਅਸੀਂ ਮਲਾਕੀ ਅਧਿਆਇ 3 ਉੱਤੇ ਜਾ ਕੇ ਉਹਨਾਂ ਆਸ਼ੀਸ਼ਾਂ ਦੀ ਜਾਂਚ ਕਰੀਏ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੀਆਂ ਹਨ। ਮਲਾਕੀ ਅਧਿਆਇ 3। ਆਓ ਅਸੀਂ ਮਲਾਕੀ ਅਧਿਆਇ 3 ਵਚਨ 7 ਦੇਖੀਏ। ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਮੇਰੀਆਂ ਵਿਧੀਆਂ ਤੋਂ ਬੇਮੁਖ ਹੁੰਦੇ ਆਏ ਹੋ, ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ। ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾਵਾਂ ਦਾ ਯਹੋਵਾ ਆਖਦਾ ਹੈ। ਪਰ ਤੁਸੀਂ ਆਖਦੇ ਹੋ, ਅਸੀਂ ਕਿਹੜੀ ਗੱਲ ਵਿੱਚ ਮੁੜੀਏ? ਕੀ ਕੋਈ ਆਦਮੀ ਪਰਮੇਸ਼ੁਰ ਨੂੰ ਠੱਗੇਗਾ? ਪਰ ਤੁਸੀਂ ਮੈਨੂੰ ਠੱਗ ਲਿਆ ਅਤੇ ਤੁਸੀਂ ਆਖਦੇ ਹੋ, ਕਿਹੜੀ ਗੱਲ ਵਿੱਚ ਅਸਾਂ ਤੈਨੂੰ ਠੱਗ ਲਿਆ? ਦਸਵੰਧਾਂ ਅਤੇ ਭੇਟਾਂ ਵਿੱਚ। ਤੁਸੀਂ ਸਰਾਪੀਆਂ ਦੇ ਸਰਾਪੀ ਹੋਏ। ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਵੀ। ਸਾਰੇ ਦਸਵੰਧ ਮੇਰੇ ਮੋਦੀਖਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜ਼ਰਾ ਪਰਤਾਓ, ਸੈਨਾਵਾਂ ਦਾ ਯਹੋਵਾ ਆਖਦਾ ਹੈ। ਕੀ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ ਪਈ ਤੁਹਾਡੇ ਲਈ ਬਰਕਤ ਵਰਾਵਾਂ ਇੱਥੋਂ ਤੀਕ ਕਿ ਉਹਦੇ ਲਈ ਥਾਂ ਨਾ ਹੋਵੇਗਾ? ਪਰਮੇਸ਼ਵਰ ਨੇ ਦਸਵੰਧ ਦਾ ਨਿਯਮ ਕਿਉਂ ਸਥਾਪਿਤ ਕੀਤਾ? ਇਹ ਸਾਨੂੰ ਆਸ਼ੀਸ਼ਾਂ ਦੇਣ ਲਈ ਹੈ। ਇਹ ਹਮੇਸ਼ਾ ਅਜਿਹੇ ਖੁੱਲੇ ਦਿਲ ਨਾਲ ਹੁੰਦਾ ਹੈ ਕਿ ਪਰਮੇਸ਼ਵਰ ਸਾਨੂੰ ਆਪਣੇ ਹੁਕਮ ਦਿੰਦੇ ਹਨ। ਉਹ ਕਦੇ ਵੀ ਆਪਣੇ ਫਾਇਦੇ ਲਈ ਸਾਨੂੰ ਕੁਝ ਕੰਮ ਕਰਨ ਦਾ ਹੁਕਮ ਨਹੀਂ ਦਿੰਦੇ। ਆਓ ਅਸੀਂ ਕੂਚ ਅਧਿਆਇ 20 ਵਚਨ 8 ਦੇਖੀਏ। ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ। ਆਓ ਅਸੀਂ ਸਬਤ ਦੇ ਦਿਨ ਬਾਰੇ ਵਚਨ 11 ਉੱਤੇ ਜਾਈਏ। ਕਿਉਂ ਜੋ 6 ਦਿਨਾਂ ਵਿੱਚ ਯਹੋਵਾ ਨੇ ਆਕਾਸ਼ ਅਤੇ ਧਰਤੀ ਨੂੰ, ਸਮੁੰਦਰ ਨੂੰ ਅਤੇ ਸਭ ਕੁਝ ਜੋ ਉਹਨਾਂ ਦੇ ਵਿੱਚ ਹੈ ਬਣਾਇਆ, ਪਰ 7ਵੇਂ ਦਿਨ ਵਿਸਰਾਮ ਕੀਤਾ। ਇਸ ਲਈ ਯਹੋਵਾ ਨੇ, ਪਰਮੇਸ਼ਵਰ ਨੇ ਕੀ ਕੀਤਾ? ਉਹਨਾਂ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ। ਸਾਰੇ ਲੋਕੋ, ਕੀ ਦਸਵੰਧ ਦਾ ਨਿਯਮ ਕੁਝ ਅਜਿਹਾ ਨਹੀਂ ਹੈ ਜਿਸ ਨੂੰ ਪਰਮੇਸ਼ਵਰ ਨੇ ਸਾਨੂੰ ਆਸ਼ੀਸ਼ਾਂ ਦੇਣ ਲਈ ਸਥਾਪਿਤ ਕੀਤਾ ਹੈ?
ਇਸ ਤੋਂ ਇਲਾਵਾ ਇੱਕ ਉੱਚ ਅਧਿਆਇ 20 ਵਿੱਚ ਲਿਖਿਆ ਗਿਆ ਹੈ ਕਿ ਸਬਤ ਦਾ ਦਿਨ ਸਾਡੀਆਂ ਆਸ਼ੀਸ਼ਾਂ ਲਈ ਪਰਮੇਸ਼ਵਰ ਦਾ ਨਿਯਮ ਹੈ ਨਾ? ਆਓ ਅਸੀਂ ਯਿਰਮੀਯਾਹ ਅਧਿਆਇ 31 ਉੱਤੇ ਜਾਈਏ। ਇੱਥੇ ਇੱਕ ਨਿਯਮ ਹੈ ਜਿਸ ਨੂੰ ਪਰਮੇਸ਼ਵਰ ਨੇ ਸਾਡੀ ਆਸ਼ੀਸ਼ ਲਈ ਸਥਾਪਿਤ ਕੀਤਾ ਹੈ। ਯਿਰਮੀਯਾਹ ਅਧਿਆਇ 31 ਵਚਨ 31। ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ। ਨਵੇਂ ਨੇਮ ਦੀ ਵਿਵਸਥਾ। ਆਓ ਅਸੀਂ ਵਚਨ 34 ਉੱਤੇ ਜਾਈਏ। ਉਹ ਫੇਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ, ਭਈ ਯਹੋਵਾਹ ਨੂੰ ਜਾਣੋ, ਕਿਉਂ ਜੋ ਸਾਰਿਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ। ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ ਅਤੇ ਉਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ। ਕਿਉਂ ਪਰਮੇਸ਼ਵਰ ਨੇ ਨਵਾਂ ਨੇਮ ਸਥਾਪਿਤ ਕੀਤਾ? ਪਰਮੇਸ਼ਵਰ ਨੇ ਸਾਨੂੰ ਪਾਪਾਂ ਦੀ ਮਾਫੀ ਦੀ ਆਸ਼ੀਸ਼ ਦੇਣ ਲਈ ਇਸ ਦੀ ਸਥਾਪਨਾ ਕੀਤੀ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਵਰ ਸਾਨੂੰ ਜੋ ਕੁਝ ਵੀ ਕਰਨ ਦਾ ਹੁਕਮ ਦਿੰਦੇ ਹਨ, ਉਹ ਸਾਨੂੰ ਆਸ਼ੀਸ਼ਾਂ ਦੇਣਾ ਚਾਹੁੰਦੇ ਹਨ। ਆਓ ਅਸੀਂ ਸਵਰਗੀ ਸੰਤਾਨ ਬਣੀਏ ਜੋ ਜਿੱਥੇ ਕਿਤੇ ਪਰਮੇਸ਼ਵਰ ਸਾਨੂੰ ਲੈ ਜਾਂਦੇ ਹਨ, ਉੱਥੇ ਉਹਨਾਂ ਦਾ ਪਾਲਣ ਕਰਦੇ ਹਨ। ਯਿਰਮੀਯਾਹ ਅਧਿਆਇ 4 ਵਚਨ 5। ਯਹੂਦਾ ਵਿੱਚ ਦੱਸੋ ਅਤੇ ਯਰੂਸ਼ਲਮ ਵਿੱਚ ਸੁਣਾਓ ਅਤੇ ਆਖੋ, ਭਈ ਦੇਸ ਵਿੱਚ ਤੁਰੀ ਫੂਕੋ, ਉੱਚੀ ਦੇ ਕੇ ਪੁਕਾਰੋ ਅਤੇ ਆਖੋ, ਇਕੱਠੇ ਹੋ ਜਾਓ, ਭਈ ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਚੱਲੀਏ। ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ, ਪਨਾਹ ਲਈ ਨੱਠੋ ਅਤੇ ਖਲੋਵੋ ਨਾ, ਕਿਉਂ ਜੋ ਮੈਂ ਉੱਤਰ ਵੱਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹਾਂ। ਨਬੀ ਯਿਰਮੀਯਾਹ ਨੇ ਕਿਹਾ, ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ, ਸੀਯੋਨ ਨੂੰ ਭੱਜ ਜਾਓ। ਫਿਰ ਆਓ ਅਸੀਂ ਜ਼ਬੂਰਾਂ ਦੀ ਪੋਥੀ 133 ਉੱਤੇ ਜਾ ਕੇ ਦੇਖੀਏ ਕਿ ਸੀਯੋਨ ਵਿੱਚ ਸਾਨੂੰ ਕਿਹੜੀਆਂ ਆਸ਼ੀਸ਼ਾਂ ਮਿਲਣਗੀਆਂ। ਆਓ ਜ਼ਬੂਰਾਂ ਦੀ ਪੋਥੀ ਅਧਿਆਇ 133 ਵਚਨ 1 ਉੱਤੇ ਇੱਕ ਨਜ਼ਰ ਪਾਈਏ। ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵਸਣ। ਇਹ ਉਸ ਖਾਲਸ ਤੇਲ ਦੀ ਨਿਆਈ ਹੈ ਜਿਹੜਾ ਸਿਰ ਉੱਤੋਂ ਚੋਕੇ ਦਾੜ੍ਹੀ ਉੱਤੇ ਅਰਥਾਤ ਹਾਰੂਨ ਦੀ ਦਾੜ੍ਹੀ ਉੱਤੇ ਉਤਰਿਆ ਅਤੇ ਉਸ ਦੀ ਪੁਸ਼ਾਕ ਦੀ ਕੋਰ ਤੀਕ ਪੁੱਜਿਆ। ਹਰਮੋਨ ਦੀ ਤਰੇਲ ਦੀ ਨਿਆਈ ਜੋ ਸੀਯੋਨ ਦੇ ਪਹਾੜ ਉੱਤੇ ਚੋਦੀ ਹੈ, ਤਾਂ ਇਹ ਉੱਥੇ ਯਹੋਵਾਹ ਨੇ ਬਰਕਤ ਦਾ ਅਰਥਾਤ ਇਹ ਜਗ੍ਹਾ ਕੀ ਹੈ? ਸੀਯੋਨ ਹੈ। ਪਰਮੇਸ਼ਵਰ ਨੇ ਕਿਹੜਾ ਹੁਕਮ ਦਿੱਤਾ ਹੈ? ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ। ਪਰਮੇਸ਼ਵਰ ਸੀਯੋਨ ਵਿੱਚ ਸਦੀਪਕ ਜੀਵਨ ਦੀ ਆਸ਼ੀਸ਼ ਪ੍ਰਦਾਨ ਕਰਦੇ ਹਨ। ਇਸ ਲਈ ਕਿ ਅਸੀਂ ਸੀਯੋਨ ਵਿੱਚ ਹੋਣ ਲਈ ਬਹੁਤ ਆਸ਼ੀਸ਼ਿਤ ਨਹੀਂ ਹਾਂ। ਅਸੀਂ ਸਦੀਪਕ ਜੀਵਨ ਕਿੱਥੇ ਪ੍ਰਾਪਤ ਕਰ ਸਕਦੇ ਹਾਂ ਜੋ ਕਿ ਸਮਰਾਟ ਕਿਨ ਸ਼ੀ ਹੁਆਂਗ ਵੀ ਨਹੀਂ ਪਾ ਸਕਿਆ? ਪਰਮੇਸ਼ਵਰ ਦੀ ਸਿੱਖਿਆ ਜਲਦੀ ਤੋਂ ਸੀਯੋਨ ਵੱਲ ਭੱਜੋ ਦਾ ਪਾਲਣ ਕਰਨ ਦੁਆਰਾ ਅਸੀਂ ਸੀਯੋਨ ਵਿੱਚ ਆਏ ਅਤੇ ਸਦੀਪਕ ਜੀਵਨ ਪ੍ਰਾਪਤ ਕੀਤਾ। ਜਦੋਂ ਅਸੀਂ ਨਵੇਂ ਨੇਮ ਦਾ ਪਾਲਣ ਕਰਦੇ ਹਾਂ ਤਾਂ ਪਰਮੇਸ਼ਵਰ ਸਾਨੂੰ ਪਾਪਾਂ ਦੀ ਮਾਫੀ ਦਿੰਦੇ ਹਨ। ਸਬਤ ਦੇ ਦਿਨ ਰਾਹੀਂ ਵੀ ਪਰਮੇਸ਼ਵਰ ਸਾਨੂੰ ਆਸ਼ੀਸ਼ ਦਿੰਦੇ ਹਨ। ਇਸ ਤੋਂ ਇਲਾਵਾ ਮਲਾਕੀ ਅਧਿਆਇ 3 ਵਿੱਚ ਪਰਮੇਸ਼ਵਰ ਕਹਿੰਦੇ ਹਨ, ਮੈਨੂੰ ਪਰਖੋ ਅਤੇ ਵੇਖੋ ਕਿ ਕੀ ਮੈਂ ਤੁਹਾਨੂੰ ਆਸ਼ੀਸ਼ ਦੇਵਾਂਗਾ ਜਾਂ ਨਹੀਂ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ, ਹਰ ਨਿਯਮ ਵਿੱਚ ਉਹਨਾਂ ਲੋਕਾਂ ਲਈ ਆਸ਼ੀਸ਼ਾਂ ਦਾ ਵਾਅਦਾ ਸ਼ਾਮਿਲ ਹੈ ਜੋ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਦੇ ਹਨ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਪਰਮੇਸ਼ਵਰ ਦੇ ਨਿਯਮਾਂ ਵਿੱਚ ਅੰਤ ਵਿੱਚ ਸਾਨੂੰ ਆਸ਼ੀਸ਼ ਦੇਣ ਦੀ ਪਰਮੇਸ਼ਵਰ ਦੀ ਇੱਛਾ ਹੈ। ਫਿਰ ਸਾਨੂੰ ਇਹ ਆਸ਼ੀਸ਼ ਕਦੋਂ ਮਿਲਦੀ ਹੈ? ਮੰਨ ਲਓ ਕਿ ਤੁਸੀਂ ਇਸ ਸਮੇਂ ਕੰਮ ਕਰਦੇ ਹੋ ਅਤੇ 1 ਮਹੀਨੇ ਦੀ ਤਨਖਾਹ ਪ੍ਰਾਪਤ ਕਰਦੇ ਹੋ। ਕੀ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਤੁਹਾਨੂੰ ਹਰ ਰੋਜ਼ ਤੁਹਾਡੇ ਕੰਮ ਲਈ ਇਨਾਮ ਦਿੱਤਾ ਜਾ ਰਿਹਾ ਹੈ? ਤੁਹਾਨੂੰ ਅਸਲ ਵਿੱਚ ਕਦੋਂ ਲੱਗਦਾ ਹੈ ਕਿ ਤੁਹਾਨੂੰ ਇਨਾਮ ਦਿੱਤਾ ਜਾ ਰਿਹਾ ਹੈ? ਤੁਹਾਡੀ ਤਨਖਾਹ ਦਾ ਦਿਨ ਆਉਣ ਤੇ ਤੁਸੀਂ ਇਸ ਨੂੰ ਮਹਿਸੂਸ ਕਰਦੇ ਹੋ। ਉਸ ਤੋਂ ਪਹਿਲਾਂ ਅਜਿਹਾ ਲੱਗਦਾ ਹੈ ਕਿ ਤੁਸੀਂ ਸਿਰਫ ਕੰਮ ਕਰ ਰਹੇ ਹੋ। ਤੁਸੀਂ ਸੋਚ ਸਕਦੇ ਹੋ, ਮੈਂ ਸੁਣਿਆ ਹੈ ਕਿ ਪਰਮੇਸ਼ਵਰ ਨਿਸ਼ਚਿਤ ਰੂਪ ਨਾਲ ਮੈਨੂੰ ਆਸ਼ੀਸ਼ ਦੇਣਗੇ। ਭਾਵੇਂ ਮੈਂ ਸਬਤ ਦੇ ਦਿਨ ਨੂੰ 1000 ਵਾਰ ਮਨਾਇਆ, ਪਰ ਪਰਮੇਸ਼ਵਰ ਨੇ ਮੈਨੂੰ ਅਸਲ ਵਿੱਚ ਕਿਵੇਂ ਆਸ਼ੀਸ਼ਿਤ ਕੀਤਾ ਹੈ? ਸਾਰੇ ਲੋਕੋ, ਕਿਰਪਾ ਕਰਕੇ ਆਪਣੇ ਤਨਖਾਹ ਦੇ ਦਿਨ ਦੀ ਉਡੀਕ ਕਰੋ। ਤੁਸੀਂ ਦੇਖੋਗੇ ਕਿ ਤੁਹਾਡੇ ਹੱਥ ਵਿੱਚ ਕੀ ਹੈ। ਪਰਮੇਸ਼ਵਰ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਅੰਤ ਵਿੱਚ ਸਾਨੂੰ ਆਸ਼ੀਸ਼ਾਂ ਦਿੱਤੀਆਂ ਜਾਣਗੀਆਂ। ਪਰਮੇਸ਼ਵਰ ਸਾਨੂੰ ਇਸ ਤਰ੍ਹਾਂ ਦਾ ਵਿਸ਼ਵਾਸ ਰੱਖਣ ਅਤੇ ਸੀਯੋਨ ਜਾਣ ਲਈ ਕਹਿੰਦੇ ਹਨ, ਅਤੇ ਜਦੋਂ ਅਸੀਂ ਸੀਯੋਨ ਵਿੱਚ ਦਾਖਲ ਹੁੰਦੇ ਹਾਂ ਤਾਂ ਉੱਥੇ ਸਦੀਪਕ ਜੀਵਨ ਦੀ ਆਸ਼ੀਸ਼ ਹੁੰਦੀ ਹੈ।
ਅੱਗੇ ਆਓ ਅਸੀਂ ਮੱਤੀ ਅਧਿਆਇ 28 ਵਚਨ 18 ਉੱਤੇ ਜਾਈਏ। ਅਧਿਆਇ 28 ਵਚਨ 18। ਅਤੇ ਯਿਸੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸਾਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਔਰ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਕੀ ਯਿਸੂ ਦੇ ਕਹਿਣ ਦਾ ਮਤਲਬ ਯਤਨ ਨਾਲ ਪ੍ਰਚਾਰ ਕਰੋ ਨਹੀਂ ਹੈ। ਜੇ ਅਸੀਂ ਲਗਨ ਨਾਲ ਪ੍ਰਚਾਰ ਕਰਾਂਗੇ ਤਾਂ ਸਾਨੂੰ ਕਿਸ ਪ੍ਰਕਾਰ ਦੀਆਂ ਆਸ਼ੀਸ਼ਾਂ ਮਿਲਣਗੀਆਂ। ਆਓ ਅਸੀਂ ਦਾਨੀਏਲ ਅਧਿਆਇ 12 ਦੇਖੀਏ। ਆਓ ਅਸੀਂ ਦਾਨੀਏਲ ਅਧਿਆਇ 12 ਵਚਨ 2 ਉੱਤੇ ਇੱਕ ਨਜ਼ਰ ਪਾਈਏ। ਅਤੇ ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜਿਉਣ ਲਈ ਅਤੇ ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ। ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ, ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ, ਦੂਜੇ ਸ਼ਬਦਾਂ ਵਿੱਚ ਜੋ ਯਤਨ ਨਾਲ ਪ੍ਰਚਾਰ ਕਰਦੇ ਹਨ, ਤਾਰਿਆਂ ਵਾਂਗਰ ਜੁਗੋ ਜੁਗ ਤੀਕਰ। ਪਰਮੇਸ਼ਵਰ ਇਹਨਾਂ ਲੋਕਾਂ ਨੂੰ ਸਦਾ ਲਈ ਤਾਰਿਆਂ ਵਾਂਗ ਚਮਕਣ ਦੇਣਗੇ। ਜਦੋਂ ਲੋਕ ਇੱਕ ਇਕਰਾਰਨਾਮੇ ਲਈ ਸਹਿਮਤ ਹੁੰਦੇ ਹਨ ਤਾਂ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ। ਸਾਨੂੰ ਪਰਮੇਸ਼ਵਰ ਦੇ ਸ਼ਾਨਦਾਰ ਦਿਨ ਤੇ ਮਨੁੱਖ ਜਾਤੀ ਨੂੰ ਦਿੱਤੀਆਂ ਗਈਆਂ 10,000 ਆਸ਼ੀਸ਼ਾਂ ਨੂੰ ਪ੍ਰਾਪਤ ਕਰਨ ਦੀ ਕਿੰਨੀ ਉਮੀਦ ਕਰਨੀ ਚਾਹੀਦੀ ਹੈ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ। ਆਮ ਤੌਰ ਤੇ ਕੰਮ ਪੂਰਾ ਹੋਣ ਤੇ ਇਨਾਮ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਪਰਮੇਸ਼ਵਰ ਨੇ ਵਡਿਆਈ ਦੇ ਦਿਨ ਤੇ ਸੀਯੋਨ ਦੀਆਂ ਸੰਤਾਨਾਂ ਨੂੰ ਸਾਰੀਆਂ ਆਸ਼ੀਸ਼ਾਂ ਦਾ ਵਾਅਦਾ ਦਿੱਤਾ ਹੈ। ਇਸ ਲਈ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਉਸ ਤੋਂ ਸਾਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ। ਨਹੀਂ ਤਾਂ ਅਸੀਂ ਰਸਤੇ ਵਿੱਚ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਗੁਆ ਸਕਦੇ ਹਾਂ। ਸਾਨੂੰ ਅੰਤ ਤੱਕ ਅੱਗੇ ਵਧਣਾ ਚਾਹੀਦਾ ਹੈ। ਆਸ਼ੀਸ਼ਾਂ ਅੰਤ ਵਿੱਚ ਦਿੱਤੀਆਂ ਜਾ ਸਕਦੀਆਂ ਹਨ, ਪਰ ਜੇ ਅਸੀਂ ਅੱਧੇ ਰਾਹ ਵਿੱਚ ਹਾਰ ਮੰਨ ਲਈਏ ਤਾਂ ਕੀ ਅਸੀਂ ਸਵਰਗੀ ਕਨਾਨ ਵਿੱਚ ਪ੍ਰਵੇਸ਼ ਕਰ ਸਕਦੇ ਹਾਂ? ਆਓ ਅਸੀਂ ਉਹਨਾਂ ਇਸਰਾਏਲੀਆਂ ਉੱਤੇ ਇੱਕ ਨਜ਼ਰ ਪਾਈਏ ਜੋ 40 ਸਾਲਾਂ ਤੱਕ ਉਜਾੜ ਵਿੱਚ ਰਹੇ। ਉਹ ਅਣਆਗਿਆਕਾਰੀ ਪ੍ਰਗਟ ਹੋਈ। ਪਰ ਯਹੋਸ਼ੁਆ ਅਤੇ ਕਾਲਿਬ ਜਿਨ੍ਹਾਂ ਨੇ ਅੰਤ ਤੱਕ ਧੀਰਜ ਰੱਖਿਆ, ਦੁੱਧ ਅਤੇ ਸ਼ਹਿਦ ਨਾਲ ਵਹਿੰਦੇ ਕਨਾਨ ਦੀ ਧਰਤੀ ਵਿੱਚ ਪ੍ਰਵੇਸ਼ ਕੀਤਾ ਅਤੇ ਕਨਾਨ ਦੇ ਫਲ ਖਾਦੇ, ਹੈ ਨਾ? ਸਾਨੂੰ ਸਬਰ ਦੀ ਲੋੜ ਹੈ। ਸਾਨੂੰ ਇਸ ਕਾਰਨ ਤੋਂ ਸਵਰਗ ਲਈ ਆਪਣਾ ਰਸਤਾ ਨਹੀਂ ਗੁਆਉਣਾ ਚਾਹੀਦਾ, ਕਿਉਂਕਿ ਅਸੀਂ ਉਸ ਅੰਤਮ ਪਲ ਦੀ ਉਡੀਕ ਨਹੀਂ ਕਰ ਸਕਦੇ ਜਦੋਂ ਪਰਮੇਸ਼ਵਰ ਆਪਣੀਆਂ ਆਸ਼ੀਸ਼ਾਂ ਦੇਣਗੇ। ਸਾਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦੇਣ ਵਿੱਚ ਪਰਮੇਸ਼ਵਰ ਦੀ ਇੱਛਾ ਹੈ ਕਿ ਅਸੀਂ ਤਾਰਿਆਂ ਵਾਂਗ ਚਮਕੀਏ। ਨਵੇਂ ਨੇਮ ਦਾ ਪਾਲਣ ਕਰਨ ਦਾ ਹੁਕਮ ਦੇਣ ਵਿੱਚ ਉਹਨਾਂ ਦੀ ਇੱਛਾ ਸਾਨੂੰ ਪਾਪਾਂ ਦੀ ਮਾਫੀ ਦੇਣੀ ਹੈ। ਪਰਮੇਸ਼ਵਰ ਸਾਨੂੰ ਸਬਤ ਦਾ ਦਿਨ ਮਨਾਉਣ ਦਾ ਹੁਕਮ ਦਿੰਦੇ ਹਨ ਤਾਂ ਜੋ ਅਸੀਂ ਆਸ਼ੀਸ਼ਿਤ ਹੋ ਸਕੀਏ। ਜਿਸ ਕਾਰਨ ਉਹ ਸਾਨੂੰ ਦਸਵੰਧ ਅਤੇ ਭੇਟਾਂ ਦਾ ਨਿਯਮ ਦਿੰਦੇ ਹਨ, ਉਹ ਸਾਨੂੰ ਆਸ਼ੀਸ਼ਾਂ ਦੇਣ ਲਈ ਹੈ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਾਰੇ ਹੁਕਮ ਸਾਨੂੰ ਆਸ਼ੀਸ਼ਾਂ ਦੇਣ ਲਈ ਹੈ। ਆਓ ਅਸੀਂ ਯਸਾਯਾਹ ਅਧਿਆਇ 25 ਵਚਨ 6 ਉੱਤੇ ਇੱਕ ਨਜ਼ਰ ਪਾਈਏ। ਯਸਾਯਾਹ ਅਧਿਆਇ 25 ਵਚਨ 6। ਇਸੇ ਪਹਾੜ ਤੇ ਸੈਨਾਨ ਦਾ ਯਹੋਵਾ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਉਦ ਕਰੇਗਾ, ਪੁਰਾਣੀਆਂ ਮਦਾਂ ਦੀ ਦਾਉਦ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਦਾਂ। ਅਤੇ ਇਸ ਪਹਾੜ ਤੇ ਉਸ ਪਰਦੇ ਨੂੰ ਚੱਫ ਲਵੇਗਾ, ਉਸ ਪਰਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕਸਦਨ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ। ਉਹ ਮੌਤ ਨੂੰ ਸਦਾ ਲਈ ਚੱਫ ਲਵੇਗਾ। ਇਸ ਵਡਿਆਈ ਵਿੱਚ ਸਾਡੀ ਅਗਵਾਈ ਕਰਨ ਲਈ ਪਰਮੇਸ਼ਵਰ ਕੀ ਕਰਨਗੇ? ਇਬਰਾਨੀਆਂ ਅਧਿਆਇ 9 ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਦੂਜੀ ਵਾਰ ਆਉਣਗੇ। ਸਾਨੂੰ ਉਹਨਾਂ ਨੂੰ ਪਹਿਚਾਣਨ ਲਈ ਉਹਨਾਂ ਨੇ ਸਾਨੂੰ ਕਿਹੜੀ ਸੱਚਾਈ ਸਿਖਾਈ?
ਉਹਨਾਂ ਨੇ ਸਾਨੂੰ ਨਵੇਂ ਨੇਮ ਦਾ ਪਸਾਹ, ਸਬਤ ਦਾ ਦਿਨ ਅਤੇ ਔੜਨੀ ਦਾ ਨਿਯਮ ਸਿਖਾਇਆ। ਕੀ ਉਹਨਾਂ ਨੇ ਸਾਨੂੰ ਪਹਿਲੇ ਚਰਚ ਦੀ ਸਾਰੀ ਸੱਚਾਈ ਨਹੀਂ ਸਿਖਾਈ? ਬਾਈਬਲ ਵਿੱਚੋਂ ਇਹਨਾਂ ਗੱਲਾਂ ਨੂੰ ਸਿੱਖਦੇ ਸਮੇਂ ਕੁਝ ਲੋਕ ਸ਼ਾਇਦ ਇਹੀ ਸੋਚ ਸਕਦੇ ਹਨ, ਇਹ ਸਹੀ ਹੈ, ਇਹ ਗਲਤ ਹੈ। ਹਾਲਾਂਕਿ ਇਸ ਦੀ ਬਜਾਏ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਪਰਮੇਸ਼ਵਰ ਦੀ ਸਿੱਖਿਆ ਵਿੱਚ ਆਸ਼ੀਸ਼ਾਂ ਸ਼ਾਮਿਲ ਹਨ। ਸਾਰੀ ਸੱਚਾਈ ਜਾਣਨ ਤੋਂ ਬਾਅਦ, ਕੀ ਤੁਸੀਂ ਦੂਸਰੀ ਵਾਰ ਆਉਣ ਵਾਲੇ ਮਸੀਹ ਨੂੰ, ਜੋ ਸਦਾ ਲਈ ਮੌਤ ਦਾ ਨਾਸ਼ ਕਰਦੇ ਹਨ, ਪਹਿਚਾਣਨ ਵਿੱਚ ਯੋਗ ਹੋਏ? ਅਸੀਂ ਇਹ ਕਹਿੰਦੇ ਹੋਏ ਉਹਨਾਂ ਨੂੰ ਸਵੀਕਾਰ ਕੀਤਾ, ਦੇਖੋ ਸਾਡੇ ਪਰਮੇਸ਼ਵਰ ਇਹੀ ਹਨ। ਕੀ ਕੋਈ ਜਿਸਨੇ ਪਸਾਹ ਦਾ ਤਿਉਹਾਰ ਨਹੀਂ ਸਿੱਖਿਆ ਹੈ, ਉਹਨਾਂ ਨੂੰ ਤੁਰੰਤ ਪਹਿਚਾਣ ਸਕਦਾ ਹੈ? ਜੋ ਲੋਕ ਨਵੇਂ ਨੇਮ ਨੂੰ ਨਹੀਂ ਜਾਣਦੇ, ਉਹ ਇਸ ਨੂੰ ਨਹੀਂ ਸਮਝ ਸਕਦੇ। ਆਓ ਅਸੀਂ ਵਚਨ 9 ਉੱਤੇ ਜਾਈਏ। ਵਚਨ 9। ਉਸ ਦਿਨ ਆਖਿਆ ਜਾਵੇਗਾ, ਵੇਖੋ, ਇਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਸਾਨੂੰ ਬਚਾਵੇਗਾ, ਇਹ ਯਹੋਵਾ ਹੈ। ਅਸੀਂ ਉਹਦੀ ਉਡੀਕਦੇ ਸਾਂ, ਅਸੀਂ ਉਹਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ। ਕੀ ਤੁਸੀਂ ਇਹ ਮਹਿਸੂਸ ਨਹੀਂ ਕਰ ਸਕਦੇ ਕਿ ਮੌਤ ਦਾ ਨਾਸ਼ ਕਰਨ ਵਾਲਾ ਪੁਰਾਣੀਆਂ ਮਦਾਂ, ਪਸਾਹ ਦਾ ਦਾਖਰਸ ਹੈ? ਇਸ ਕਾਰਨ ਪਰਮੇਸ਼ਵਰ ਸਾਨੂੰ ਹੁਕਮ ਦਿੰਦੇ ਹਨ, ਪਸਾਹ ਮਨਾਓ, ਸਬਤ ਦਾ ਦਿਨ ਮਨਾਓ। ਜੇ ਅਸੀਂ ਪਰਮੇਸ਼ਵਰ ਦੇ ਨਿਯਮਾਂ ਦੀ ਪਾਲਣਾ ਕਰਦੇ ਹਾਂ, ਤਾਂ ਸਾਨੂੰ ਨਾ ਸਿਰਫ ਇਸ ਧਰਤੀ ਉੱਤੇ ਆਸ਼ੀਸ਼ਾਂ ਮਿਲਣਗੀਆਂ, ਸਗੋਂ ਇਹ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਸਵਰਗ ਵਿੱਚ ਸਾਡੇ ਲਈ ਆਸ਼ੀਸ਼ਾਂ ਰੱਖੀਆਂ ਹੋਈਆਂ ਹਨ। ਇਸ ਨੂੰ ਸਵੀਕਾਰ ਕਰਦੇ ਹੋਏ ਸਾਨੂੰ ਪੂਰੇ ਦਿਲ ਨਾਲ ਦੌੜ ਲਗਾਉਣੀ ਚਾਹੀਦੀ ਹੈ। ਇਸ ਸੰਸਾਰ ਵਿੱਚ ਛੋਟੀ ਤੋਂ ਛੋਟੀ ਰੁਕਾਵਟ ਵੀ ਦੁੱਖ ਲਿਆ ਸਕਦੀ ਹੈ, ਜਿਸ ਨਾਲ ਸਾਡੇ ਲਈ ਇਸ ਨੂੰ ਪਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜੇ ਸਾਡਾ ਧਿਆਨ ਆਪਣੇ ਆਪ ਉੱਤੇ ਹੈ, ਤਾਂ ਸਾਡਾ ਵਿਸ਼ਵਾਸ ਅਤੇ ਸਾਡਾ ਜੀਵਨ ਦੋਵੇਂ ਅਸਫਲ ਹੋ ਜਾਣਗੇ। ਕੀ ਵਿਸ਼ਵਾਸ ਦੀਆਂ ਅੱਖਾਂ ਸਾਨੂੰ ਪਰਮੇਸ਼ਵਰ ਵੱਲ ਧਿਆਨ ਨਹੀਂ ਕਰਨ ਦਿੰਦੀਆਂ? ਜਦੋਂ ਅਸੀਂ ਪਰਮੇਸ਼ਵਰ ਨੂੰ ਵੇਖਦੇ ਹਾਂ, ਤਾਂ ਅਸੀਂ ਕੀ ਵੇਖ ਸਕਦੇ ਹਾਂ? ਜਦੋਂ ਸਾਡੇ ਕੋਲ ਵਿਸ਼ਵਾਸ ਦੀਆਂ ਅੱਖਾਂ ਹੁੰਦੀਆਂ ਹਨ, ਤਾਂ ਅਸੀਂ ਰਾਹ ਦੇਖ ਸਕਦੇ ਹਾਂ। ਵਿਸ਼ਵਾਸ ਦੀਆਂ ਅੱਖਾਂ ਕਿਸ ਵੱਲ ਦੇਖਦੀਆਂ ਹਨ? ਉਹ ਪਰਮੇਸ਼ਵਰ ਵੱਲ ਦੇਖਦੀਆਂ ਹਨ। ਜਦੋਂ ਅਸੀਂ ਪਰਮੇਸ਼ਵਰ ਵੱਲ ਦੇਖਦੇ ਹਾਂ, ਤਾਂ ਕੀ ਹੁੰਦਾ ਹੈ? ਕੀ ਸ਼ੇਰਾਂ ਦੀ ਗੁਫਾ ਵਿੱਚ ਦਾਨੀਏਲ ਲਈ ਕੋਈ ਰਸਤਾ ਨਹੀਂ ਸੀ? ਅੱਗ ਦੀ ਭੱਠੀ ਵਿੱਚ ਵੀ ਰਾਹ ਸੀ। ਸ਼ਦਰਕ, ਮੇਸ਼ਕ, ਅਬਦਨਗੋ ਅਤੇ ਦਾਨੀਏਲ ਨੇ ਕਿਸ ਵੱਲ ਦੇਖਿਆ? ਜੇ ਅਸੀਂ ਆਪਣੇ ਉੱਤੇ ਧਿਆਨ ਦੇਈਏ, ਤਾਂ ਅੱਗ ਦੀ ਭੱਠੀ ਦਾ ਸਾਹਮਣਾ ਕੌਣ ਕਰ ਸਕਦਾ ਹੈ? ਪਰ ਕਿਉਂਕਿ ਉਹਨਾਂ ਨੇ ਪਰਮੇਸ਼ਵਰ ਵੱਲ ਦੇਖਿਆ, ਇਸ ਲਈ ਉਹ ਰਸਤਾ ਲੱਭ ਸਕੇ। ਇਹ ਮੌਤ ਦੀ ਭੱਠੀ ਸੀ, ਪਰ ਸ਼ਦਰਕ, ਮੇਸ਼ਕ ਅਤੇ ਅਬੇਦਨੇਗੋ ਲਈ ਉਹ ਜੀਵਨ ਦੀ ਭੱਠੀ ਵਿੱਚ ਬਦਲ ਗਈ। ਕੀ ਇਹ ਤੋਬਾ ਦੀ ਭੱਠੀ ਨਹੀਂ ਬਣ ਗਈ, ਜਿਸ ਨੇ ਬਾਬੁਲ ਦੇ ਲੋਕਾਂ ਨੂੰ ਤੋਬਾ ਕਰਨ ਲਈ ਪ੍ਰੇਰਿਤ ਕੀਤਾ? ਪਰਮੇਸ਼ਵਰ ਸਾਨੂੰ ਹੁਕਮ ਦਿੰਦੇ ਹਨ, ਮੂਰਤੀਆਂ ਦੀ ਪੂਜਾ ਨਾ ਕਰੋ, ਦੂਜੇ ਦੇਵਤਿਆਂ ਦੀ ਪੂਜਾ ਨਾ ਕਰੋ, ਕਿਉਂਕਿ ਪਰਮੇਸ਼ਵਰ ਆਪਣੀਆਂ ਸਿੱਖਿਆਵਾਂ ਦੁਆਰਾ ਸਾਡੇ ਲਈ ਆਸ਼ੀਸ਼ਾਂ ਨੂੰ ਤਿਆਰ ਕਰਦੇ ਹਨ। ਇਸ ਲਈ ਜੋ ਲੋਕ ਉਹਨਾਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਹਨ, ਉਹ ਹਮੇਸ਼ਾ ਖੁਸ਼ ਹੋ ਸਕਦੇ ਹਨ, ਨਿਰੰਤਰ ਪ੍ਰਾਰਥਨਾ ਕਰ ਸਕਦੇ ਹਨ ਅਤੇ ਹਰ ਹਾਲਤ ਵਿੱਚ ਧੰਨਵਾਦ ਕਰ ਸਕਦੇ ਹਨ। ਅਸੀਂ ਇਸ ਧਰਤੀ ਤੇ ਸਿਰਫ ਯਾਤਰੀ ਹਾਂ। ਫਿਰ ਕੀ ਸਾਨੂੰ ਇਸ ਧਰਤੀ ਉੱਤੇ ਦਰਦ ਦੇ ਬੋਝ ਹੇਠਾਂ ਦੱਬਣਾ ਚਾਹੀਦਾ ਹੈ? ਭਾਵੇਂ ਉਹ ਦਰਦ ਵਿੱਚ ਸੀ, ਪਰ ਸ਼ਦਰਕ, ਮੇਸ਼ਕ ਅਤੇ ਅਬਦਨੇਗੋ ਨੇ ਇਸ ਨੂੰ ਦੁੱਖ ਦੇ ਰੂਪ ਵਿੱਚ ਨਹੀਂ ਮੰਨਿਆ। ਹੇ ਪਾਤਸ਼ਾਹ, ਭਾਵੇਂ ਤੁਸੀਂ ਸਾਨੂੰ ਭੱਠੀ ਵਿੱਚ ਸੁੱਟ ਦਿਓ, ਪਰ ਅਸੀਂ ਕਦੇ ਵੀ ਮੂਰਤੀ ਅੱਗੇ ਮੱਥਾ ਨਹੀਂ ਟੇਕਾਂਗੇ। ਜੇ ਸਾਨੂੰ ਭੱਠੀ ਵਿੱਚ ਸੁੱਟ ਦਿੱਤਾ ਜਾਂਦਾ ਹੈ, ਤਾਂ ਪਰਮੇਸ਼ਵਰ ਸਾਨੂੰ ਬਚਾਉਣਗੇ। ਭਾਵੇਂ ਉਹ ਨਾ ਛਡਾਉਣ, ਫਿਰ ਵੀ ਅਸੀਂ ਮੂਰਤੀ ਦੀ ਪੂਜਾ ਨਹੀਂ ਕਰਾਂਗੇ। ਪਰਮੇਸ਼ਵਰ ਦੀਆਂ ਸਿੱਖਿਆਵਾਂ ਦਾ ਪਾਲਨ ਕਰਨ ਦੁਆਰਾ ਉਹਨਾਂ ਨੇ ਉੱਚ ਪੱਧਰੀ ਬਾਬੁਲ ਦੇ ਅਧਿਕਾਰੀਆਂ ਦੇ ਦਿਲਾਂ ਉੱਤੇ ਪਰਮੇਸ਼ਵਰ ਨੂੰ ਚੰਗੀ ਤਰ੍ਹਾਂ ਉਕਾਰੀ ਕੀਤਾ। ਆਓ ਅਸੀਂ ਹਮੇਸ਼ਾ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੀ ਪਾਲਣਾ ਕਰੀਏ। ਜੋ ਲੋਕ ਪਰਮੇਸ਼ਵਰ ਦੇ ਵਚਨ ਦਾ ਪਾਲਨ ਕਰਦੇ ਹਨ, ਉਹਨਾਂ ਨੂੰ ਸਾਰੀਆਂ ਕੌਮਾਂ ਤੋਂ ਉੱਚਾ ਕੀਤਾ ਜਾ ਸਕਦਾ ਹੈ। ਇੱਕ ਚਰਚ ਜੋ ਪਰਮੇਸ਼ਵਰ ਦੇ ਵਚਨ ਦਾ ਪਾਲਨ ਕਰਦਾ ਹੈ, ਉਹ ਸੰਸਾਰ ਵਿੱਚ ਸਭ ਤੋਂ ਵਧੀਆ ਚਰਚ ਹੋ ਸਕਦਾ ਹੈ। ਅੱਜ ਆਓ ਅਸੀਂ ਇਸ ਸਿੱਖਿਆ ਨੂੰ ਆਪਣੇ ਦਿਲਾਂ ਵਿੱਚ ਉਕਰੀਏ ਅਤੇ ਸਮਝਾਏ ਕਿ ਪਰਮੇਸ਼ਵਰ ਦੇ ਹਰ ਵਚਨ ਵਿੱਚ ਸਾਨੂੰ ਆਸ਼ੀਸ਼ਾਂ ਦੇਣ ਦੀ ਉਹਨਾਂ ਦੀ ਇੱਛਾ ਸ਼ਾਮਿਲ ਹੈ।
의도가 담겨 있구나 하는 것을 꼭히 명심하셔서 이 땅에 육으로 ਮੈਨੂੰ ਉਮੀਦ ਹੈ ਕਿ ਇਸ ਸਾਲ ਅਸੀਂ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਾਂਗੇ ਅਤੇ ਉਹਨਾਂ ਨੂੰ ਮੰਨਾਂਗੇ, ਭਾਵੇਂ ਇਹ ਵਚਨ ਬਾਈਬਲ ਦੁਆਰਾ ਦਿੱਤਾ ਗਿਆ ਹੈ ਜਾਂ ਸਿੱਧੇ ਇਸ ਧਰਤੀ ਤੇ ਦਿੱਤਾ ਗਿਆ ਹੋਵੇ। 멋진 한 해가 꼭 되기를 바라겠습니다. 우리 하나님 ਪਰਮੇਸ਼ਵਰ ਹਮੇਸ਼ਾ ਆਪਣੇ ਵਚਨ ਦੁਆਰਾ ਆਸ਼ੀਸ਼ ਦਿੰਦੇ ਹਨ। 내가 생각할 때는 ਇਸ ਲਈ ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ, ਮੇਰੀ ਰਾਏ ਵਿੱਚ ਇਹ ਉਸ ਨਾਲੋਂ ਬਿਹਤਰ ਹੋਵੇਗਾ। 내 마음에 기뻐하는 대로 ਆਪਣੇ ਦਿਲ ਦੀਆਂ ਇੱਛਾਵਾਂ ਦੀ ਪਾਲਣਾ ਕਰਨ ਦੀ ਬਜਾਏ ਜੇ ਅਸੀਂ ਉਹ ਕਰੀਏ ਜੋ ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ ਤਾਂ ਸਾਨੂੰ ਸਹੀ ਉੱਤਰ ਮਿਲੇਗਾ। 그 답이 바로 정답입니다. ਬਹੁ ਚੋਣ ਵਾਲੇ ਵਿਕਲਪ 1, 2, 3, 4 ਦੇ ਨਾਲ ਇੱਕ ਟੈਸਟ ਦਿੰਦੇ ਸਮੇਂ 생각할 때는 ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਜਵਾਬ 3 ਹੈ ਪਰ ਸਹੀ ਜਵਾਬ 4 ਹੁੰਦਾ ਹੈ ਨਾ? 내가 생각할 ਜਾਂ ਕਈ ਵਾਰ ਤੁਸੀਂ ਸੋਚਦੇ ਹੋ ਕਿ ਜਵਾਬ 4 ਹੈ ਪਰ ਕੀ ਇਹ ਅਸਲ ਵਿੱਚ 1 ਨਹੀਂ ਹੁੰਦਾ ਹੈ? ਜਿਸ ਨੇ ਸਵਾਲ ਬਣਾਇਆ ਹੈ ਉਹ ਜਵਾਬ ਜਾਣਦਾ ਹੈ। ਹਾਲਾਂਕਿ ਜੋ ਲੋਕ ਪ੍ਰੀਖਿਆ ਦਿੰਦੇ ਹਨ ਉਹਨਾਂ ਨੂੰ ਅਕਸਰ ਇਸ ਦਾ ਜਵਾਬ ਨਹੀਂ ਪਤਾ ਹੁੰਦਾ। ਇਸ ਕਰਕੇ ਸਾਨੂੰ ਕਿਸ ਦੀ ਪਾਲਣਾ ਕਰਨੀ ਚਾਹੀਦੀ ਹੈ? ਜਦੋਂ ਪਰਮੇਸ਼ਵਰ ਸਾਨੂੰ ਸਬਤ ਦੇ ਦਿਨ ਨੂੰ ਮਨਾਉਣ ਦਾ ਹੁਕਮ ਦਿੰਦੇ ਹਨ ਤਾਂ ਸਾਨੂੰ ਇਸ ਨੂੰ ਮਨਾਉਣਾ ਚਾਹੀਦਾ ਹੈ, ਅਤੇ ਜਦੋਂ ਪਰਮੇਸ਼ਵਰ ਸਾਨੂੰ ਪਸਾਹ ਨੂੰ ਮਨਾਉਣ ਦਾ ਹੁਕਮ ਦਿੰਦਾ ਹੈ ਤਾਂ ਸਾਨੂੰ ਇਸ ਨੂੰ ਮਨਾਉਣਾ ਚਾਹੀਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਸੱਚ ਹੈ। ਪਰਮੇਸ਼ਵਰ ਹਮੇਸ਼ਾ ਜਵਾਬ ਹਨ। ਇਸ ਲਈ ਆਓ ਅਸੀਂ ਹਮੇਸ਼ਾ ਪਰਮੇਸ਼ਵਰ ਦੀ ਇੱਛਾ ਦਾ ਪਾਲਣ ਕਰੀਏ ਜੋ ਜਵਾਬ ਹਨ, ਤਾਂ ਜੋ ਅਸੀਂ ਇਸ ਦੁਨੀਆ ਦੀ ਪੂਛ ਦੀ ਬਜਾਏ ਸਿਰ ਬਣ ਸਕੀਏ। 세상의 꼬리가 되지 마시고 머리가 됩시다. ਜੇਕਰ 10 ਆਸ਼ੀਸ਼ਾਂ ਹਨ ਤਾਂ ਤੁਸੀਂ ਕਿੰਨੀਆਂ ਆਸ਼ੀਸ਼ਾਂ ਪ੍ਰਾਪਤ ਕਰਨਾ ਚਾਹੋਗੇ? 저는 ਮੈਂ 1000 ਜਾਂ 10000 ਹੋਰ ਜੋੜਨਾ ਚਾਹੁੰਦਾ ਹਾਂ। 1000가지 10,000가지를 더 더하고 싶습니다. ਜੇਕਰ ਪਰਮੇਸ਼ਵਰ ਮੈਨੂੰ 10 ਆਸ਼ੀਸ਼ਾਂ ਦਿੰਦੇ ਹਨ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਕੋਈ ਤਰੀਕਾ ਹੈ ਕਿ ਮੈਂ 10000 ਆਸ਼ੀਸ਼ਾਂ ਪ੍ਰਾਪਤ ਕਰ ਸਕਦਾ ਹਾਂ। ਅਜਿਹਾ ਇਸ ਲਈ ਹੈ ਕਿਉਂਕਿ ਉਹ ਸਦੀਪਕ ਹਨ। ਇਸ ਵਰਗੀ ਆਸ਼ੀਸ਼ਾਂ ਸੰਸਾਰਿਕ ਚੀਜ਼ਾਂ ਵਾਂਗ ਨਹੀਂ ਹਨ ਜੋ ਇੱਕ ਪਲ ਲਈ ਖੁਸ਼ ਕਰਦੀਆਂ ਹਨ ਅਤੇ ਭੁਲਾ ਦਿੱਤੀਆਂ ਜਾਂਦੀਆਂ ਹਨ। ਕੀ ਇਹ ਨਹੀਂ ਲਿਖਿਆ ਹੈ ਕਿ ਅਸੀਂ ਸਦਾ ਲਈ ਤਾਰਿਆਂ ਵਾਂਗ ਚਮਕਾਂਗੇ? ਇਸ ਕੰਮ ਤੇ ਵਿਸ਼ਵਾਸ ਕਰਦੇ ਹੋਏ ਆਓ ਅਸੀਂ ਪਿਤਾ ਅਤੇ ਮਾਤਾ ਦੇ ਦਿਲ ਨੂੰ ਪ੍ਰੇਰਿਤ ਕਰੀਏ ਤਾਂ ਜੋ ਉਹ ਕਹਿਣ, ਅਸੀਂ ਤੁਹਾਨੂੰ 10 ਆਸ਼ੀਸ਼ਾਂ ਦੇਣ ਵਾਲੇ ਸੀ ਪਰ ਅਸੀਂ ਤੁਹਾਨੂੰ ਹੋਰ 10 ਆਸ਼ੀਸ਼ਾਂ ਦੇਣੀਆਂ ਚਾਹੁੰਦੇ ਹਾਂ। ਇਹ ਆਸ ਕਰਦੇ ਹੋਏ ਕਿ ਅਸੀਂ ਇਸ ਸਾਲ ਪਰਮੇਸ਼ਵਰ ਨੂੰ ਪ੍ਰਭਾਵਿਤ ਕਰਾਂਗੇ, ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।